किसान वीरों ते भैणों जय हिंद लैके हाज़र हाँ प्रोग्राम मेरा पिंड मेरे खेत। जिद्दां कि तुसीं सारे जाणदे ही हो कि इस प्रोग्राम 'च असीं अलग-अलग विषयां दे अलग-अलग माहरां नूं बुलाउंदे रहीदा। तेजपाल जी आजो 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 लंघिया चौहान साहब लंघिया आ लंघिया गए, लंघिया आ गए। जय हिंद जी जय जय हिंद हिंद जी जी, चौहान जय साहब हिंद जी, जय हिंद जी आ जय जाओ, हिंद जी आजो आजो इंजीनियर साहब बैठो बैठो चौहान साहब आ चंगा काम कीता तुसीं ਹਾਂਜੀ नाल लै आंदा कि ਮੈਂ ਕਿਹਾ ਜੀ ਨਾਲ ਲਿਆ ਮੈਂ ਅੱਜ ਨਾ ਆਪਣੇ ਪਿੰਡ ਵਾਲਾ ਜਿਹੜਾ ਮਸ਼ੀਨਰੀ ਸੈਂਟਰ ਨਹੀਂ ਆ ਜਿਹੜਾ ਬਣਾਇਆ ਉਹ ਇਕੱਠੇ ਹੋ ਕੇ ਨੌਜਵਾਨਾਂ ਨੇ ਆਹ ਹੈਗਾ ਖੇਤੀਬਾੜੀ ਮਸ਼ੀਨਰੀ ਸਾਰੀ ਉਹਨਾਂ ਨੇ ਲਈ ਆ ਕਿਰਾਏ ਤੇ ਦਿੰਦੇ ਆ ਅੱਗੇ ਫੋਕਲ ਪੁਆਇੰਟ ਦੇ ਲਾਗੇ ਹਾਂ ਠੀਕ ਆ ਇੰਜੀਨੀਅਰ ਸਾਹਿਬ ਉੱਥੇ ਆਏ ਹੋਏ ਸੀ ਅੱਛਾ ਅੱਛਾ ਮੈਂ ਕਿਹਾ ਚਲੋ ਅੱਜ ਬੈਠਕ 'ਚ ਤੁਹਾਨੂੰ ਨਾਲ ਹੀ ਲੈ ਚੱਲਦੇ ਹਾਂ ਨਹੀਂ ਬਹੁਤ ਵਧੀਆ ਕੀਤਾ ਇਹ ਤਾਂ ਚੰਗਾ ਕੰਮ ਹੈ ਜੀ ਆਇਆਂ ਨੂੰ ਜਾਣਕਾਰੀਆਂ ਲੈਣੀਆਂ ਅੱਜ ਤੁਹਾਡੇ ਤੋਂ ਪੂਰੀਆਂ ਹੀ ਜਾਣਦੇ ਹੋ ਮੈਂ ਕਿਹਾ ਮੈਂ ਜਾਣਦਾ ਪਰ ਫੇਰ ਵੀ ਤੁਸੀਂ ਜਾਣ ਪਛਾਣ ਜ਼ਰੂਰ ਕਰਾਓ ਲਓ ਲਓ ਬਿਲਕੁਲ ਬਿਲਕੁਲ ਇਹ ਨੇ ਸਰਦਾਰ ਹਰਚਰਨ ਸਿੰਘ ਜੀ ਜੀ ਜਿਹੜੇ ਸਹਾਇਕ ਖੇਤੀਬਾੜੀ ਇੰਜੀਨੀਅਰ ਨੇ ਅੱਛਾ ਜੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਦੇ ਵਿੱਚ ਆਪਣੀ ਸੇਵਾ ਨਿਭਾ ਰਿਹਾ ਠੀਕ ਆ ਦੂਰੋਂ ਆਏ ਆ ਤੇ ਇਹ ਸਾਰੇ ਕਸਟਮ ਹਾਇਰਿੰਗ ਸੈਂਟਰ ਇਹ ਇੰਜੀਨੀਅਰ ਨੇ ਜਿਹੜੇ ਖੇਤੀਬਾੜੀ ਮਹਿਕਮੇ ਨੂੰ ਉਹਨਾਂ ਦੇ ਥੱਲੇ ਹੀ ਨੇ ਥੱਲੇ ਨੇ ਚੈੱਕ ਕਰਦੇ ਆ ਅੱਜ ਆਏ ਹੋਏ ਸੀ ਮੈਂ ਕਿਹਾ ਚਲੋ ਨਾਲ ਨਹੀਂ ਚੰਗਾ ਕੰਮ ਕੀਤਾ ਆਪਾਂ ਤੁਹਾਡੇ ਕੋਲੋਂ ਲੈਣੀਆਂ ਜਾਣਕਾਰੀਆਂ ਪੂਰੀਆਂ ਅੱਛਾ ਤੁਸੀਂ ਸੁਣਾਓ ਕਿਦਾਂ ਠੀਕ ਹੋ ਬਹੁਤ ਵਧੀਆ ਅੱਛਾ ਮੈਂ ਤੁਹਾਨੂੰ ਕਹਿਣਾ ਸੀਗਾ ਵੀ ਜਿੱਦਾਂ ਹੁਣ ਇਦਾਂ ਜਾਂਦੇ ਹੁੰਦੇ ਆ ਹਾਂ। ਕਈ ਥਾਵਾਂ ਤੇ ਭੀੜ ਭੜੱਕਾ ਵੀ ਹੁੰਦਾ ਹੁੰਦਾ ਥੋੜਾ ਜਿਹਾ ਬਚਾਅ ਨਾਲ ਹੀ ਜਾਣਾ ਮੈਂ ਚਾਹੀਦਾ ਕਿਹਾ ਮਾਸਕ ਮੇਰੀ ਜੇਬ 'ਚ ਹੀ ਆ ਅੱਛਾ ਉਹ ਥੋੜਾ ਜਿਹਾ ਸਾਹ ਨਹੀਂ ਸੀ ਆਉਂਦਾ ਮੈਂ ਕਿਹਾ ਲਾ ਕੇ ਚਲ ਜੇਬ 'ਚ 2 ਮਿੰਟ ਰੱਖ ਲਈਏ ਉਹ ਫਾਸਲਾ ਰੱਖਿਆ ਹੀ ਹੋਇਆ ਆਹੋ ਨਹੀਂ ਸਾਹ ਲੈਣਾ ਵੀ ਜ਼ਰੂਰੀ ਆ ਬਹੁਤ ਜ਼ਰੂਰੀ ਹੈ ਜੀ ਥੋੜਾ ਜਿਹਾ ਸਾਈਡ ਤੇ ਹੋ ਕੇ ਸਾਹ ਲੈ ਲਿਆ ਕਰੋ ਲੰਬੇ ਲੰਬੇ ਖਿੱਚ ਲੈ ਹਾਂ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਹਾਂ ਇਹ ਤਾਂ ਗੱਲ ਹੋਈ ਸੀ ਕਰੋਨਾ ਦੀ ਹਾਂ ਪਰ ਅੱਜ ਤੁਹਾਨੂੰ ਪਤਾ ਇਹ ਖਾਸ ਦਿਨ ਆ ਕਿਹੜਾ ਅੱਜ ਹੈਗਾ ਵਰਲਡ ਟੀਬੀ ਡੇ ਟੈਲੀਵਿਜ਼ਨ ਦੇ ਉਹ ਟੈਲੀਵਿਜ਼ਨ ਡੇ ਤਾਂ ਰੋਜ਼ ਹੀ ਹੁੰਦਾ ਹਾਂ ਟੀਬੀ ਡੇ ਤਪਦਿਕ ਅੱਛਾ ਅੱਛਾ ਉਹ ਤਪਦਿਕ ਦੀ ਬਿਮਾਰੀ ਵਾਲਾ ਟਿਊਬਰਕਲੋਸਿਸ ਡੇ ਟਿਊਬਰਕਲੋਸਿਸ ਡੇ ਆ ਅੱਛਾ ਦੇਖੋ ਇਹ ਜਿਹੜੇ ਦਿਨ ਤਿਉਹਾਰ ਹੁੰਦੇ ਆ ਜਾਂ ਇਹ ਖਾਸ ਦਿਨ ਹੁੰਦੇ ਆ ਜਿੱਦਾਂ ਹੁਣ ਇਹਨੂੰ ਕੌਮਾਂਤਰੀ ਪੱਧਰ ਤੇ ਮਨਾਇਆ ਜਾਂਦਾ ਹੈ ਹਾਂਜੀ ਹਾਂਜੀ ਇਸੇ ਕਰਕੇ ਆ ਵੀ ਤਾਂ ਕਿ ਲੋਕਾਂ ਨੂੰ ਨਾ ਸੁਚੇਤ ਕੀਤਾ ਜਾ ਸਕੇ ਬਿਲਕੁਲ ਸੁਚੇਤ ਕੀਤਾ ਜਾਵੇ ਬਿਲਕੁਲ ਤਾਂ ਕਿ ਇਹਨਾਂ ਚੀਜ਼ਾਂ ਬਾਰੇ ਉਹਨਾਂ ਨੂੰ ਗਿਆਨ ਰਹੇ ਵੀ ਕਿਹੜੀ ਚੀਜ਼ ਤੋਂ ਅਸੀਂ ਬਚਾ ਰੱਖਣਾ ਤਾਂ ਕਿ ਇਹੋ ਜੀਆਂ ਬਿਮਾਰੀਆਂ ਭੈੜੀਆਂ ਅਲਾਮਤਾਂ ਸਾਨੂੰ ਨਾ ਲੱਗਣ ਵੈਸੇ ਤੇ ਆਪਾਂ ਜਦੋਂ ਨਿੱਕੇ ਹੁੰਦੇ ਸੀ ਤੁਹਾਨੂੰ ਵੀ ਪਤਾ ਹੋਣਾ ਆਪਣੇ ਇੱਥੇ ਸਾਰਿਆਂ ਦੇ BCG ਦਾ ਟੀਕਾ ਲੱਗਦਾ ਸੀ ਐਦਾਂ ਕਰਕੇ ਉਹ ਨਹੀਂ ਮੁੜ ਕੇ ਦੇਖਣਾ ਇਹ ਫੁੱਲਦਾ ਕਿ ਨਹੀਂ ਫੁੱਲਦਾ ਹਨਾ ਉਦੋਂ ਤਾਂ ਬੜਾ ਗੁੱਸਾ ਆਉਂਦਾ ਸੀ ਉੱਤੇ ਪੈਨ ਨਾਲ ਲਾਈਨ ਵੀ ਮਾਰ ਦਿੰਦੇ ਸੀ ਵੀ ਦੇਖੀਏ ਸੁੱਜਦਾ ਕਿ ਨਹੀਂ ਸੁੱਜਦਾ ਤੇ ਹੁਣ ਕਈ ਦਾ ਵੀ ਇਹ ਚੰਗਾ ਕੰਮ ਹੋਇਆ ਜਿਹੜਾ ਅਸੀਂ ਉਹ ਕਰਾ ਲਏ ਔਰ ਇਹਦੇ ਵਿੱਚ ਅਣਗਹਿਲੀ ਵਰਤਣੀ ਨਹੀਂ ਚਾਹੀਦੀ ਨਹੀਂ ਵਰਤਣੀ ਚਾਹੀਦੀ ਜੀ ਇਹੋ ਜੀਆਂ ਬਿਮਾਰੀਆਂ ਬੜੀਆਂ ਭਿਆਨਕ ਨੇ ਜੇ ਲੱਗ ਜਾਂਦੀਆਂ ਨੇ ਤਾਂ ਬੜਾ ਔਖਾ ਫਿਰ ਲੰਬਾ ਸਮਾਂ ਸਾਨੂੰ ਨਾ ਇਲਾਜ ਕਰਾਉਣਾ ਪੈ ਜਾਂਦਾ ਬਚਾਈ ਰੱਖੀ ਤਾਂ ਚੰਗਾ ਦੇਖੋ ਇਹਦੇ ਚ ਕੁਝ ਵੀ ਨਹੀਂਗਾ ਚੌਹਾਨ ਸਾਹਿਬ ਸੁਚੇਤ ਹੋਣ ਦੀ ਲੋੜ ਆ ਸੁਚੇਤ ਹੋਣ ਦੀ ਲੋੜ ਆ ਆਪਾਂ ਨੂੰ ਹੁਣ ਖੰਘ ਹੋ ਜਾਂਦੀ ਆ ਹੈਨਾ ਉਹਦੇ ਨਾਲ ਮਾੜਾ ਮੋਟਾ ਬੁਖਾਰ ਹੋ ਜਾਂਦਾ ਆਪਾਂ ਅਣਗਹਿਲੀ ਕਰ ਲਈਦੀ ਆ ਕਈ ਦਾ ਛੱਡੋ ਪਰਾਂ ਇਹ ਤੋਂ ਹੀ ਬਣਦਾ ਇਹ ਰੋਗ ਸੋ ਭਾਈ ਜੇ 15 ਦਿਨ ਦੀ ਖੰਘ ਪੁਰਾਣੀ ਹੈ ਜਾਂ ਥੋੜਾ ਜਿਹਾ ਉਸ ਤੋਂ ਜ਼ਿਆਦਾ ਹੋ ਗਿਆ ਆ ਤੇ ਆਪਾਂ ਨੂੰ ਇੱਕ ਵਾਰੀ ਜ਼ਰੂਰ ਚੈੱਕ ਕਰਵਾ ਲੈਣਾ ਚਾਹੀਦਾ ਬਿਲਕੁਲ ਕਿਉਂਕਿ ਜੇ ਆਪਾਂ ਚੈੱਕ ਕਰਵਾਵਾਂਗੇ ਤਾਂ ਸਾਡਾ ਜਿਹੜਾ ਸ਼ੱਕ ਆ ਨਿਕਲ ਹੋ ਸਕਦਾ ਨਾ ਵੀ ਹੋਵੇ ਪਰ ਸ਼ੱਕ ਕੱਢ ਲੈਣਾ ਚਾਹੀਦਾ ਇਹੀ ਹਾਲ ਹੁਣ ਕਰੋਨਾ ਚ ਆ ਜੀ ਕਰੋਨਾ ਦਾ ਵੀ ਕਰਾ ਲੈਣਾ ਚਾਹੀਦਾ ਖੰਘ ਬੁਖਾਰ ਜ਼ੁਕਾਮ ਹੋਏ ਨਾ ਚੈੱਕ ਕਰਾ ਲੈਣਾ ਚਾਹੀਦਾ ਸਾਨੂੰ ਜੇ ਸਮੇਂ ਤੇ ਚੈੱਕ ਕਰਾ ਲਿਆ ਤਾਂ ਆਪਾਂ ਥੋੜੇ ਇhtiyat ਵਰਤ ਲਾਂਗੇ ਬਿਲਕੁਲ ਇਲਾਜ ਹੋ ਜੂ ਹਾਂ ਨਾਲੇ ਥੋੜਾ ਜਿਹਾ ਫਰਕ ਨਾ ਰਹੋ ਹਾਂ ਜਿੱਦਾਂ ਆਪਾਂ ਸੋਸ਼ਲ ਡਿਸਟੈਂਸ ਤੇ ਬੈਠੇ ਆ ਨਾ ਇਦਾਂ ਬਾਹਰ ਜਾਈਦਾ ਤੇ ਕੋਈ ਜ਼ਰੂਰੀ ਥੋੜੀ ਆ ਵੀ ਅਗਲੇ ਦੇ ਆ ਨਾਲ ਲੱਗ ਕੇ ਆਪਾਂ ਖੜੇ ਹੋਣਾ ਥੋੜਾ ਜਿਹਾ ਫਰਕ ਨਾ ਰਹੋ ਆਪਣੇ ਇhtiyat ਰੱਖੋ ਇਹਨਾਂ ਚੀਜ਼ਾਂ ਦਾ ਇਹੀ ਟੀਵੀ ਦਾ ਵੀ ਇਦਾਂ ਹੀ ਆ ਹੈਨਾ ਖੰਘ ਆਉਂਦੀ ਆ ਜਾਂ ਛਿੱਕਾਂ ਆਉਂਦੀਆਂ ਜਾਂ ਕੁਝ ਵੀ ਆਉਂਦਾ ਰੁਮਾਲ ਵਗੈਰਾ ਵਰਤ ਲਓ ਆਪਣਾ ਮੂੰਹ ਤੇ ਰੱਖੋ ਹਾਂਜੀ ਹਾਂਜੀ ਉਹ ਜਿਹੜੀ ਚੀਜ਼ ਆ ਉਹ ਜ਼ਰੂਰੀ ਆ ਸੋ ਜਿੱਦਾਂ ਜਿੱਦਾਂ ਇਹੋ ਦਿਨ ਆਉਂਦੇ ਆ ਉਦਾਂ ਸਰਕਾਰਾਂ ਜਾਂ ਉਹਦੇ ਨਾਲ ਜੁੜੀਆਂ ਸੰਸਥਾਵਾਂ ਜਿਹੜੀਆਂ ਸਾਨੂੰ ਸੁਚੇਤ ਕਰਦੀਆਂ ਉਹਨਾਂ ਬਿਮਾਰੀਆਂ ਬਾਰੇ ਤਾਂ ਕਿ ਜਿਹੜਾ ਅਸੀਂ ਇਹਨਾਂ ਬਿਮਾਰੀਆਂ ਤੋਂ ਬਚੇ ਰਹੀਏ ਮੰਡੀਆਂ ਦੇ ਭਾਅ ਆਏ ਆ ਲਓ ਪੜ੍ਹ ਦਿਓ ਸੋ ਅੱਜ ਦੇ ਜਿਹੜੇ ਮੰਡੀਆਂ ਦੇ ਭਾਅ ਆ ਜੀ ਆਲੂ ਜਲੰਧਰ ਵਿਕਿਆ 450 ਰੁਪਏ ਕੁਇੰਟਲ ਅੰਮ੍ਰਿਤਸਰ 310 ਰੁਪਏ ਕੁਇੰਟਲ ਫਿਰੋਜ਼ਪੁਰ 400 ਰੁਪਈਆ ਫਾਜ਼ਿਲਕਾ 650 ਰੁਪਈਆ ਅਬੋਹਰ 600 ਤੇ ਮਾਨਸਾ 700 ਰੁਪਈਆ ਕੁਇੰਟਲ ਆਲੂ ਵਿਕਿਆ ਜੀ ਅੱਛਾ ਜੀ ਪਿਆਜ਼ ਜੀ ਪਿਆਜ਼ ਵਿਕਿਆ ਜਲੰਧਰ 1200 ਰੁਪਈਆ ਅੰਮ੍ਰਿਤਸਰ 1000 ਰੁਪਈਆ ਫਿਰੋਜ਼ਪੁਰ 1700 ਰੁਪਈਆ ਫਾਜ਼ਿਲਕਾ 1500 ਰੁਪਏ ਕੁਇੰਟਲ ਅੱਛਾ ਜੀ ਅਬੋਹਰ 1400 ਰੁਪਏ ਤੇ ਮਾਨਸਾ 3000 ਰੁਪਏ ਕੁਇੰਟਲ ਗੱਠੇ ਵਿਕਿਆ ਜੀ ਅੱਛਾ ਜੀ ਟਮਾਟਰ ਜਲੰਧਰ 700 ਰੁਪਏ ਅੰਮ੍ਰਿਤਸਰ 1000 ਰੁਪਈਆ ਫਿਰੋਜ਼ਪੁਰ 1100 ਰੁਪਈਆ ਫਾਜ਼ਿਲਕਾ 1000 ਰੁਪਈਆ ਅਬੋਹਰ ਦੇ ਵਿੱਚ 1125 ਰੁਪਏ ਕੁਇੰਟਲ ਤੇ ਮਾਨਸਾ 1200 ਰੁਪਏ ਕੁਇੰਟਲ ਟਮਾਟਰ ਵਿਕੇ ਆ ਜੀ ਗਾਜਰ ਜਲੰਧਰ 500 ਰੁਪਏ 600 ਰੁਪਏ ਵਿਕੀ ਆ ਅੰਮ੍ਰਿਤਸਰ 800 ਫਿਰੋਜ਼ਪੁਰ 1000 ਰੁਪਏ ਵਿਕੀ ਆ ਫਾਜ਼ਿਲਕਾ ਅੱਛਾ ਜੀ ਅਬੋਹਰ 880 ਰੁਪਏ
ਤੇ 2000 ਰੁਪਏ ਮਾਨਸਾ 'ਚ ਗਾਜਰ ਵਿਕੀ ਆ ਕੁਇੰਟਲ। ਅੱਛਾ ਜੀ। ਹਰੇ ਮਟਰ ਜਲੰਧਰ 1700 ਰੁਪਈਆ, ਅੰਮ੍ਰਿਤਸਰ 2800 ਰੁਪਈਆ, ਫਿਰੋਜ਼ਪੁਰ 1800 ਰੁਪਈਆ, ਫਾਜ਼ਿਲਕਾ 1500 ਰੁਪਈਏ, ਅਬੋਹਰ 2100 ਤੇ 40 ਰੁਪਈਏ ਉੱਪਰ, ਤੇ ਮਾਨਸੇ ਦੇ ਵਿੱਚ 2200 ਰੁਪਈਏ ਹਰੇ ਮਟਰ 1 ਕੁਇੰਟਲ ਵਿਕੇ ਆ। ਠੀਕ ਹੈ। ਸੋ ਇਹ ਮੰਡੀਆਂ ਦੇ ਭਾਅ ਆ। ਅੱਛਾ ਜੀ। ਠੀਕ ਆ, ਇਹ ਵੀ ਆਉਣੇ ਜ਼ਰੂਰੀ ਨੇ, ਜ਼ਰੂਰੀ ਤਾਂ ਹੈ ਕਿ ਜੀ। ਸਾਨੂੰ ਪਤਾ ਲੱਗਦਾ ਰਹੇ ਭਾਈ ਕਿਹੜੀ ਮੰਡੀ 'ਚ ਕੀ ਭਾਅ, ਆਪਾਂ ਉੱਥੇ ਲੈ ਜਾਈਏ ਆਪਣੀ ਫਸਲ ਨੂੰ। ਤੇ ਹੁਣ ਆਪਾਂ ਆਈਏ ਇੰਜੀਨੀਅਰ ਸਾਹਿਬ ਵੱਲ। ਬਿਲਕੁਲ ਆਈਏ ਆਪਾਂ ਤੇ ਇੰਜੀਨੀਅਰ ਸਾਹਿਬ ਅੱਜ ਜਿਹੜੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਆ ਨਾ, ਜਿੱਦਾਂ ਕਿ ਚੌਹਾਨ ਸਾਹਿਬ ਮਿਲ ਕੇ ਆਏ ਤੁਹਾਨੂੰ ਜਿੱਥੇ, ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਵੀ ਜਿਹੜੀ ਖੇਤੀਬਾੜੀ ਮਸ਼ੀਨਰੀ ਸੇਵਾ ਕੇਂਦਰ ਆ ਉਹਨਾਂ ਦਾ ਮਹੱਤਵ, ਇਸ ਵਿਸ਼ੇ ਤੇ ਆਪਾਂ ਗੱਲ ਕਰਨੀ ਆ। ਸੋ ਕਿਸਾਨ ਵੀਰੋ, ਇਸ ਵਿਸ਼ੇ ਤੇ ਤੁਸੀਂ ਵੀ ਕੋਈ ਸਵਾਲ ਪੁੱਛਣਾ ਹੋਵੇ ਤਾਂ ਸਾਨੂੰ ਕਾਲ ਕਰੋ। ਸਾਡਾ ਜਿਹੜਾ ਫੋਨ ਨੰਬਰ ਆ ਤੁਸੀਂ ਨੋਟ ਕਰ ਲਓ। ਸਾਡਾ ਫੋਨ ਨੰਬਰ ਆ 0181 281 42 61 ਤੇ ਸਾਡਾ ਦੂਜਾ ਨੰਬਰ ਆ 0181 281 42 64। ਇਹਨਾਂ ਨੰਬਰਾਂ ਚੋਂ ਤੁਸੀਂ ਸਾਨੂੰ ਕਿਸੇ ਤੇ ਵੀ ਕਾਲ ਕਰੋ ਤੇ ਆਪਣਾ ਸਵਾਲ ਪੁੱਛੋ ਤੇ ਆਪਣਾ ਜਵਾਬ ਅਸੀਂ ਦੇਵਾਂਗੇ। ਇੰਜੀਨੀਅਰ ਸਾਹਿਬ, ਆਪਾਂ ਜਦੋਂ ਹੁਣ ਇਹਦੀ ਗੱਲ ਕਰਦੇ ਆ ਹਨਾ, ਕਸਟਮ ਹਾਇਰਿੰਗ ਸੈਂਟਰ ਅੰਗਰੇਜ਼ੀ ਦਾ ਨਾਮ ਆ। ਹਾਂਜੀ ਹਾਂਜੀ ਹਾਂਜੀ। ਹੈ CHC। ਇਹਦੀ ਜਦੋਂ ਆਪਾਂ ਗੱਲ ਕਰਦੇ ਆ, ਇਹ ਇੱਕ ਨਵੀਂ ਚੀਜ਼ ਆ ਹਨਾ। ਆਪਾਂ ਪਹਿਲੇ ਪੁਰਾਣੇ ਸਮਿਆਂ 'ਚ ਤਾਂ ਕੀ ਸੀ ਵੀ ਆਪਾਂ ਰਲ ਮਿਲ ਕੇ ਖੇਤੀ ਕਰ ਲਈਦੀ ਸੀ ਹਨਾ। ਹੁਣ ਇਹ ਜਿਹੜੀ ਆ ਕਸਟਮ ਹਾਇਰਿੰਗ ਸੈਂਟਰ, ਇਹਦੇ ਤੋਂ ਕੀ ਭਾਵ ਆ ਤੇ ਇਹਦੀ ਲੋੜ ਸਾਨੂੰ ਕਿਉਂ ਪੈ ਗਈ? ਤੇਜਾ ਸਿੰਘ ਜੀ, ਜੇ ਆਪਾਂ ਗੱਲ ਕਰਦੇ ਜਿਵੇਂ ਅੱਜ ਕਸਟਮ ਹਾਇਰਿੰਗ ਸੈਂਟਰ ਦੀ ਗੱਲ ਚੱਲੀ ਆ, ਜੀ। ਜੇ ਆਪਾਂ ਇਹਨੂੰ ਪੰਜਾਬੀ 'ਚ ਇਹਦਾ ਤਰਜਮਾ ਕਰਦੇ ਆ ਤਾਂ ਖੇਤੀ ਮਸ਼ੀਨਰੀ ਸੇਵਾ ਕੇਂਦਰ ਦੇ ਨਾਂ ਨਾਲ ਇਹ ਜਾਣਿਆ ਜਾਂਦਾ ਜੀ। ਜਿੱਥੋਂ ਕੋਈ ਵੀ ਕਿਸਾਨ, ਚਾਹੇ ਉਹ ਵੱਡਾ ਚਾਹੇ ਉਹ ਛੋਟਾ ਚਾਹੇ ਕੋਈ ਦਰਮਿਆਨਾ, ਜੀ, ਉਹ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਇੱਥੋਂ ਕਿਰਾਏ ਤੇ ਲੈ ਕੇ ਆਪਦੇ ਖੇਤਾਂ ਵਿੱਚ ਵਰਤ ਸਕਦਾ। ਠੀਕ ਆ। ਜਿੱਥੋਂ ਤੱਕ ਆਪਾਂ ਗੱਲ ਕਰਦੇ ਦੀ ਲੋੜ ਕਿਉਂ ਆ, ਸੋ ਆਪਾਂ ਸਾਰੇ ਜਾਣਦੇ ਆ ਪਿਛਲੇ ਕੁਝ ਸਾਲਾਂ ਤੋਂ ਜਿਹੜਾ ਸਰਕਾਰ ਦਾ ਪਰਾਲੀ ਦੀ ਰਹਿੰਦ ਖੂੰਹਦ ਨੂੰ ਸੰਭਾਲਣ 'ਚ ਬਹੁਤ ਵੱਡਾ ਜ਼ੋਰ ਲੱਗਾ ਹੋਇਆ। ਸੋ ਉਹਦੇ ਵਾਸਤੇ ਮਹਿਕਮੇ ਨੇ ਵੀ ਕਾਫੀ ਇਹਦੇ ਤੇ ਜ਼ੋਰ ਲਾਇਆ ਹੋਇਆ। ਸੋ ਇਸ ਸੰਬੰਧੀ ਸਾਡੇ ਕੋਲੇ ਕੁਝ ਸਕੀਮਾਂ ਚੱਲ ਰਹੀਆਂ। ਅੱਛਾ। ਉਹਦੇ 'ਚ ਅਸੀਂ ਖਾਸ ਕਰ ਜਿਹੜੀ ਪਰਾਲੀ ਨੂੰ ਸਾਂਭਣ ਵਾਲੀਆਂ ਮਸ਼ੀਨਰੀ ਆ, ਉਹਦੇ ਤੇ ਕਾਫੀ ਅਸੀਂ ਜ਼ੋਰ ਦੇ ਕੇ ਕਿਸਾਨਾਂ ਵਿੱਚ ਪ੍ਰਚਲਿਤ ਕਰਨ ਜਾ ਰਹੇ ਹਾਂ। ਠੀਕ ਆ। ਔਰ ਕਰ ਰਹੇ ਹਾਂ। ਪਿਛਲੇ 3 ਸਾਲਾਂ ਤੋਂ ਅਸੀਂ ਇਹ ਜਿਹੜੇ ਸੈਂਟਰ, ਜਿਹਨੂੰ ਅਸੀਂ ਕਸਟਮ ਹਾਇਰਿੰਗ ਸੈਂਟਰ ਦੇ ਨਾਂ ਨਾਲ ਜਾਣਦੇ ਹਾਂ, ਖੋਲ ਰਹੇ ਹਾਂ। ਬਾਕੀ ਲੋੜ ਇਹਦੀ ਤਾਂ ਕਿਉਂਕਿ ਇੰਨੀ ਮਹਿੰਗੀ ਮਸ਼ੀਨਰੀ, ਜੀ, ਕੋਈ ਵੀ ਜੇ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਹਾਂ, ਜਾਂ ਉਹ ਹੈਪੀ ਸੀਡਰ ਆ ਜਾਂ ਸੁਪਰ ਸੀਡਰ ਆ ਜਾਂ ਹੋਰ ਇਸ ਨਾਲ ਸੰਬੰਧਿਤ ਮਸ਼ੀਨਰੀ ਆ, ਕੋਈ ਵੀ ਮਸ਼ੀਨ ਜਿਹੜੀ 1 ਲੱਖ ਰੁਪਏ ਤੋਂ ਘੱਟ ਦੀ ਮਸ਼ੀਨ ਨਹੀਂ ਹੈ ਨਹੀਂ ਜੀ, ਹੈ ਨਹੀਂ। ਖਰਚਾ ਵੱਧ ਗਿਆ। ਤੇ ਆਪਾਂ ਜੇ ਗੱਲ ਕਰੀਏ ਛੋਟੇ ਕਿਸਾਨਾਂ ਦੀ, ਜੀ, ਉਹ ਇਹ ਕਿਸਾਨ ਜਿਹੜੀ ਇੰਨੀ ਮਹਿੰਗੀ ਮਸ਼ੀਨਰੀ ਆਪਦੇ ਪੱਧਰ ਤੇ ਲੈ ਕੇ ਨਹੀਂ ਵਰਤ ਸਕਦੇ। ਪਰ ਸਰਕਾਰ ਵਾਲੀਆਂ ਜ਼ੋਰ ਆ ਵੀ ਪਰਾਲੀ ਨੂੰ ਸੰਭਾਲਣਾ, ਅੱਗ ਨਹੀਂ ਲਾਉਣੀ। ਬਿਲਕੁਲ। ਸੋ ਇਹਨਾਂ ਸੈਂਟਰਾਂ ਨੂੰ ਪਿੰਡਾਂ ਵਿੱਚ ਸਥਾਪਿਤ ਕਰਨ ਦਾ ਮੇਨ ਮਕਸਦ ਇਹੀ ਸੀ ਵੀ ਜਿਹੜੇ ਛੋਟੇ ਕਿਸਾਨ ਆ ਇੱਥੋਂ ਵੱਡੀ ਮਸ਼ੀਨਰੀ ਨੂੰ ਕਿਰਾਏ ਤੇ ਲੈ ਕੇ ਵਰਤ ਸਕਣ, ਤਾਂ ਉਹਦਾ ਜਿਹੜਾ ਵੱਧ ਤੋਂ ਵੱਧ ਲਾਭ ਉਠਾ ਕੇ ਜਿਹੜੀ ਆਪਣੀ ਪਰਾਲੀ ਦੀ ਸੰਭਾਲ ਵਿੱਚ ਆਪਦਾ ਯੋਗਦਾਨ ਪਾ ਸਕਣ। ਅੱਜ ਗੱਲ ਕੀਤੀ ਤੁਸੀਂ ਸਰਕਾਰ ਦਾ ਜ਼ੋਰ ਆ। ਸਰਕਾਰ ਹੁਣ ਦੇਖੋ, ਗੱਲ ਸੁਣੋ, ਹੈ ਤਾਂ ਸਾਡੇ ਫਾਇਦੇ ਲਈ ਨਾ। ਅਸੀਂ ਧੂਆਂ ਕਰਦੇ ਆ, ਉਹ ਸਾਡੇ ਸਿਹਤ ਤੇ ਅਸਰ ਪੈਂਦਾ, ਸਾਡੇ ਵਾਤਾਵਰਣ ਨੂੰ ਖਰਾਬ ਕਰਦਾ। ਕਿਉਂ ਜੀ? ਬਿਲਕੁਲ ਜੀ, ਬਿਲਕੁਲ। ਅੱਛਾ ਇੰਜੀਨੀਅਰ ਸਾਹਿਬ, ਇਹ ਜਿਹੜੇ ਤੁਸੀਂ ਸੈਂਟਰ ਖੋਲ੍ਹੇ ਨੇ, ਇਹਨਾਂ ਦੇ ਵਿੱਚ ਕਿਹੜੀ ਮਸ਼ੀਨਰੀ ਤੁਸੀਂ ਉਪਲਬਧ ਕਰਵਾਈ ਹੈ? ਹੁਣ ਬਹੁਤ ਸਾਰੀ ਨਵੀਆਂ ਮਸ਼ੀਨਾਂ ਵੀ ਆ ਚੁੱਕੀਆਂ ਨੇ। ਕਿਹੜੀ ਮਸ਼ੀਨਰੀ ਇਹਦੇ ਵਿੱਚ ਉਪਲਬਧ ਆ ਜਿਹੜੀ ਕਿਸਾਨ ਵੀਰ ਲੈ ਸਕਦੇ ਆ? ਚੌਹਾਨ ਸਾਹਿਬ, ਜੇ ਆਪਾਂ ਅੱਜ ਦੇ ਸਮੇਂ ਦੀ ਲੋੜ ਮੁਤਾਬਕ ਜੇ ਗੱਲ ਕਰਦੇ ਆ, ਹਾਂਜੀ, ਤਾਂ ਸਾਡੇ ਕੋਲੇ ਵਿਭਾਗ ਵੱਲੋਂ ਜਿਹੜੀ ਸਕੀਮ ਚਲਾ ਰਹੀ ਆ, ਪ੍ਰਮੋਸ਼ਨ ਆਫ ਐਗਰੀਕਲਚਰ ਮੈਕਨਾਈਜੇਸ਼ਨ ਫਾਰ ਇਨਸੀਟੂ ਮੈਨੇਜਮੈਂਟ ਆਫ ਕ੍ਰੌਪ ਰੈਜ਼ੀਡਿਊ। ਇਹ 3 ਸਾਲ ਤੋਂ ਜਿਹੜੀ ਇਹ ਸਕੀਮ ਆਪਣੇ ਪੰਜਾਬ 'ਚ ਕੰਮ ਕਰ ਰਹੀ ਆ। ਇਹਦੇ ਸਕੀਮ ਦੀ ਅਸੀਂ 2 ਤਰ੍ਹਾਂ ਦੀ ਮਸ਼ੀਨਰੀ ਦੇ ਰਹੇ ਹਾਂ ਜੀ। ਇੱਕ ਇਨਸੀਟੂ ਤੋਂ ਭਾਵ ਹੈ ਵੀ ਜਿਹੜੀ ਪਰਾਲੀ ਦੀ ਸੰਭਾਲ ਆ ਉਹ ਅਸੀਂ ਖੇਤ ਦੇ ਵਿੱਚ ਕਿਸ ਤਰ੍ਹਾਂ ਕਰਨੀ ਆ। ਅੱਛਾ। ਇਹਦੇ ਵਿੱਚ ਜਿਹੜੀ ਅਸੀਂ ਮਸ਼ੀਨਰੀ ਦੇ ਰਹੇ ਹਾਂ, ਜ਼ੀਰੋ ਟਿਲ ਡਰਿਲ, ਹੈਪੀ ਸੀਡਰ, ਸੁਪਰ ਸੀਡਰ, ਉਲਟਾਵੇਂ ਹਲ, ਪੈਡੀ ਚੌਪਰ, ਮਲਚਰ ਤੇ ਜਿਹੜਾ ਕੰਬਾਈਨਾਂ ਦੇ ਪਿੱਛੇ ਲੱਗਦਾ ਸੁਪਰ SMS। ਜੇ ਗੱਲ ਕਰਦੇ ਦੂਸਰੀ ਤਰ੍ਹਾਂ ਦੀ ਐਕਸੀਟੂ ਦੀ, ਐਕਸੀਟੂ ਤੋਂ ਭਾਵ ਆ ਵੀ ਖੇਤ ਤੋਂ ਬਾਹਰ ਜਾ ਕੇ ਪਰਾਲੀ ਦਾ ਜਿਹੜਾ ਆਪਾਂ ਯੂਟਿਲਾਈਜੇਸ਼ਨ ਕਰਨੀ ਆ, ਵਰਤੋਂ ਕਰਨੀ ਆ, ਜਾਂ ਆਪਾਂ ਥਰਮਲ ਪਾਵਰ ਯੂਨਿਟਾਂ 'ਚ ਕਰ ਲਈਏ ਜਾਂ ਉਹਨੂੰ ਖਾਦ ਦੇ ਰੂਪ 'ਚ ਵਰਤ ਲਈਏ,
ਜਾਂ ਕਿਸੇ ਗੱਤਾ ਫੈਕਟਰੀ 'ਚ ਆਪਾਂ ਦੀ ਵਰਤੋਂ ਕਰ ਲਈਏ, ਠੀਕ ਹੈ। ਉਹਦੇ ਵਿੱਚ ਅਸੀਂ ਬੇਲਰ ਤੇ ਰੇਕ ਜਿਹੜਾ ਇਹ ਸੈਂਟਰਾਂ ਵਿੱਚ ਮੁਹੱਈਆ ਕਰਵਾ ਰਹੇ ਹਾਂ। ਠੀਕ ਹੈ। ਇਹ ਜਿਹੜੀ ਮਸ਼ੀਨਰੀ ਇਸ ਸਕੀਮ ਦੀ ਨਾ ਦਿੱਤੀ ਜਾ ਰਹੀ ਹੈ। ਮੈਂ ਤਾਂ ਡਰ ਗਿਆ ਸੀ ਅੰਗਰੇਜ਼ੀ ਸੁਣ ਕੇ, ਪਰ ਹੁਣ ਸਮਝ ਆ ਗਿਆ ਮੈਨੂੰ। ਉਹ ਸਮਝ ਆ ਗਿਆ ਨਾ, ਉਹ ਜਿਹੜਾ ਇਹਨਾਂ ਨੇ ਇਨਸੀਟੂ ਕਿਹਾ ਤੇ ਐਕਸੀਟੂ ਕਿਹਾ, ਉਹ ਬੜਾ ਮੈਨੂੰ ਵੀ ਲੱਗਿਆ। ਉਹ ਅੱਛਾ ਇਦਾਂ ਆ ਕਿ ਆਪਣੇ ਕੋਲ ਫੋਨ ਆਇਆ, ਪਹਿਲਾਂ ਫੋਨ ਲੈ ਲਓ ਜੀ, ਲੈ ਲਓ। ਹੈਲੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੌਣ ਸਾਹਿਬ ਬੋਲਦੇ ਹੋ, ਕਿਹੜੇ ਪਿੰਡ ਤੋਂ ਬੋਲਦੇ ਹੋ? ਚੌਹਾਨ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਂ ਪਟਿਆਲਾ ਜ਼ਿਲ੍ਹਾ ਪਿੰਡ ਆਕੜ ਦਰਬਾਰਾ ਸਿੰਘ ਬੋਲਦਾ ਜੀ। ਜੀ ਦਰਬਾਰਾ ਸਿੰਘ ਜੀ, ਸਵਾਲ ਪੁੱਛੋ ਜੀ। ਹੋਰ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਜੀ, ਮਸ਼ੀਨਰੀ ਤਾਂ ਮਿਲ ਜਾਂਦੀ ਹੈ ਜੀ। ਜੀ, ਆਪਾਂ ਨੂੰ ਕਿਰਾਏ ਤੇ ਤੋਂ ਮਿਲ ਜੂਗੀ, ਹੋਰ ਕਿਧਰੋਂ ਵੀ ਮਿਲ ਜੂ, ਪਰ ਟਰੈਕਟਰ ਵੀ ਬਹੁਤ ਵੱਡਾ ਚਾਹੀਦਾ ਨਾ ਉਹਦੇ ਵਾਸਤੇ। ਹਾਂ, ਗੱਲ ਠੀਕ ਹੈ, ਗੱਲ ਤੁਹਾਡੀ ਠੀਕ ਹੈ ਹਾਂ ਜੀ। ਜੀ। ਫਿਰ ਦੂਜੀ ਗੱਲ ਮੇਰੀ ਬੇਨਤੀ ਇੱਕ ਹੋਰ ਆ ਜੀ ਤੁਹਾਨੂੰ। ਜੀ ਮੈਂ 4 ਸਾਲ 5 ਸਾਲ ਹੋ ਗਏ ਅੱਗ ਨਹੀਂ ਲਾਈ ਪਰਾਲੀ ਨੂੰ ਅਸੀਂ ਕਦੇ ਵੀ। ਵਾਹ ਵੀ ਵਾਹ, ਬਹੁਤ ਵਧੀਆ ਗੱਲ ਹੈ ਜੀ। ਉਹਦੀ ਉਪਜ ਬਹੁਤ ਵੱਧਦੀ ਆ, ਖਾਦ ਬਣਦੀ ਆ ਉਹਦੀ, ਬਹੁਤ ਤਰ੍ਹਾਂ ਦੀ ਖਾਦ, ਵਧੀਆ ਖੇਤ ਬਣਦੇ ਆ, ਤਿਆਰ ਹੋ ਜਾਂਦੇ ਆ ਵਧੀਆ। ਐਤਕੀ ਕਣਕ ਦੇਖੋ ਆ ਕੇ ਕਿੰਨੀ ਵਧੀਆ ਕਣਕਾਂ ਜੰਮੀਆਂ ਵੀ, ਜਿੱਥੇ ਸੁਪਰ ਸੀਡਰ ਨਾਲ ਬੀਜੀ ਹੈ ਜੀ ਐਤਕੀ ਅਸੀਂ ਸਾਰੀ ਕਣਕ। ਬਹੁਤ ਵਧੀਆ ਗੱਲ ਆ। ਦੇਖੋ ਜਿੱਦਾਂ ਇਹ ਦਰਬਾਰਾ ਸਿੰਘ ਹੁਣੀ ਦੱਸਿਆ, ਇਹ ਉਹ ਕਿਸਾਨ ਆ ਜਿਹੜੇ ਬਾਕੀਆਂ ਲਈ ਮਿਸਾਲ ਬਣਦੇ ਆ ਜੀ। ਬਿਲਕੁਲ। ਹੁਣ ਇਹਨਾਂ ਦੀ ਜਿਹੜਾ ਅਸਲ 'ਚ ਇਹਨਾਂ ਦੀ ਜਿਹੜੀ ਗੱਲ ਸੀਗੀ ਉਹ ਇਹੀ ਵੀ ਮਸ਼ੀਨਰੀ ਨੂੰ ਖਿੱਚਣ ਲਈ ਵੱਡਾ ਟਰੈਕਟਰ ਚਾਹੀਦਾ। ਇਹਦੇ ਬਾਰੇ ਦੱਸੋ। ਜੇ ਆਪਾਂ ਸਰਦਾਰ ਦਰਬਾਰਾ ਸਿੰਘ ਜੀ, ਤੁਸੀਂ ਟਰੈਕਟਰ ਦੀ ਗੱਲ ਕੀਤੀ ਆ, ਤਾਂ ਅਸੀਂ ਇਸ ਸੈਂਟਰਾਂ 'ਚ ਕੁਝ ਜਿਹੜੇ ਸਾਡੇ ਵੱਡੇ ਸੈਂਟਰ ਆ ਉਹਨਾਂ 'ਚ ਅਸੀਂ ਟਰੈਕਟਰ ਵੀ ਮੁਹੱਈਆ ਕਰਵਾ ਰਹੇ ਹਾਂ। ਜੇ ਗੱਲ ਕਰਦੇ ਆ ਤਾਂ ਜੇ ਅਸੀਂ ਕੋਈ 25 ਲੱਖ ਦੀ ਇਨਵੈਸਟਮੈਂਟ ਤੱਕ ਜੇ ਕੋਈ ਸੈਂਟਰ ਖੋਲਦੇ ਆ ਤਾਂ ਉਹਦੇ 'ਚ ਅਸੀਂ ਇੱਕ ਟਰੈਕਟਰ ਮੁਹੱਈਆ ਕਰਵਾਉਂਦੇ ਆ, ਜਿਹੜਾ ਕੋਈ ਵੀ ਕਿਸਾਨ ਉਹਨੂੰ ਕਿਰਾਏ ਤੇ ਲੈ ਕੇ ਵਰਤ ਸਕਦਾ। ਜੇ ਆਪਾਂ ਗੱਲ ਕਰਦੇ ਆ 2 ਟਰੈਕਟਰ ਜੇ ਕੋਈ ਲੈਣਾ ਚਾਹੁੰਦਾ ਸੈਂਟਰ 'ਚ, ਇਸ ਤਰ੍ਹਾਂ ਜੇ 40 ਲੱਖ ਤੱਕ ਦੇ ਸੈਂਟਰ ਜਾਂ ਉਸ ਤੋਂ ਵੱਡੇ ਆ, ਉਹਨਾਂ 'ਚ ਅਸੀਂ 2 ਟਰੈਕਟਰ ਵੀ ਮੁਹੱਈਆ ਕਰਵਾਉਂਦੇ ਆ, ਜਿਹਦੀ ਕੋਈ ਲਗਭਗ 6,80,000 ਤੱਕ ਦੀ ਜਿਹੜੀ ਕਾਸਟ ਹੈ, ਜਿਹੜੀ ਸਬਸਿਡੀ ਪ੍ਰੋਵਾਈਡ ਕੀਤੀ ਜਾਂਦੀ ਆ। ਸੋ ਤੁਸੀਂ ਟਰੈਕਟਰ ਵੀ ਲੈ ਸਕਦੇ ਆ ਇਸ ਸੈਂਟਰ ਵਿੱਚ। ਠੀਕ ਆ। ਤੇ ਇੰਜੀਨੀਅਰ ਸਾਹਿਬ, ਹੁਣ ਜਿਹੜੀ ਗੱਲ ਆਉਂਦੀ ਆ, ਜ਼ਮੀਨਾਂ ਘਟ ਗਈਆਂ, ਖਰਚੇ ਵੱਧ ਗਏ, ਹੈਨਾ। ਤੁਹਾਡਾ ਜਿਹੜਾ ਸੇਵਾ ਕੇਂਦਰ ਹੈਗੇ ਆ, ਉਹਨਾਂ ਦਾ ਮੇਨ ਮਕਸਦ ਇਹੀ ਆ ਵੀ ਭਾਈ ਸਾਨੂੰ ਜਿਹੜੀ ਮਸ਼ੀਨਰੀ ਆ, ਹੁਣ ਕਿੱਲਾ ਹੋਵੇ 1.5 ਟਰੈਕਟਰ ਲੈਣ ਚੱਲ ਜਾਵਾਂ, ਕੀ ਕਰੂੰਗਾ? ਨਹੀਂ ਜੀ, ਉਹ ਤਾਂ ਬੜਾ ਔਖਾ ਆ, ਲੈਣਾ ਵੀ ਨਹੀਂ ਚਾਹੀਦਾ। ਹਾਂ, ਹੁਣ ਜਿਹੜੀ ਤੁਹਾਡੀ ਇਹ ਸੇਵਾ ਕੇਂਦਰ ਆ, ਇਹ ਚਾਹੇ ਆਪਾਂ ਛੋਟੇ ਕਿਸਾਨ ਲੈ ਲਈਏ ਚਾਹੇ ਵੱਡੇ ਕਿਸਾਨ ਲੈ ਲਈਏ, ਉਹਨਾਂ ਦੀ ਜਿਹੜੀ ਆਰਥਿਕਤਾ ਹੈਗੀ ਆ, ਉਹਨਾਂ ਦੀ ਜੇਬ ਦੇ ਉੱਤੇ ਖਰਚਾ ਜਾਂ ਉਹਦੀ ਆਮਦਨ, ਉਹਦੇ ਤੇ ਕਿੰਨਾ ਕੁ ਅਸਰ ਪਾਉਂਦਾ ਤੇ ਕਿੱਦਾਂ ਦਾ ਅਸਰ ਪਾਉਂਦਾ ਹੈ? ਤੇ ਜੈਸਾ ਜੀ ਗੱਲ ਕਰਦੇ ਆ ਖਰਚੇ ਦੀ, ਇਸ ਟਾਈਮ ਮਹਿੰਗਾਈ ਜਿਹੜੀ ਇੰਨੀ ਘੱਟ ਤੱਕ ਵੱਧ ਚੁੱਕੀ ਹੈ ਨਾ, ਵੀ ਕੋਈ ਵੀ ਜੇ ਖੇਤੀ ਇਨਪੁੱਟ ਵੇਖੀਏ, ਜਾਂ ਉਹ ਬੀਜ ਦੀ ਗੱਲ ਕਰ ਲਈਏ, ਜਾਂ ਆਪਾਂ ਖਾਦਾਂ ਦੀ ਗੱਲ ਕਰ ਲਈਏ, ਜਾਂ ਪੈਸਟੀਸਾਈਡ, ਜਾਂ ਡੀਜ਼ਲ ਇਸ ਟਾਈਮ ਵੇਖੋ, ਜਾਂ ਜਿਹੜੀ ਮਹਿੰਗੀ ਮਸ਼ੀਨਰੀ ਉਹਦੀ ਗੱਲ ਕਰ ਲਈਏ, ਉਹ ਇੰਨੀ ਕੁ ਜ਼ਿਆਦਾ ਵੀ ਜਿਹੜੀ ਖੇਤੀ ਕਰਨੀ ਆ ਬਹੁਤ ਜਿਹੜਾ ਰਿਸਕੀ ਕੰਮ ਹੋ ਚੁੱਕਿਆ। ਪਰ ਜਿਹੜਾ ਉਹਦੇ ਚੋਂ ਪ੍ਰੋਫਿਟ ਆ ਉਹ ਬਹੁਤ ਘਟ ਗਿਆ। ਬਿਲਕੁਲ ਜੀ। ਸੋ ਗੱਲ ਕਰਦੇ ਆ ਚਾਹੇ ਛੋਟਾ ਫਾਰਮਰ ਆ ਜਾਂ ਦਰਮਿਆਨਾ ਜਾਂ ਵੱਡਾ, ਇਹ ਸਾਰਿਆਂ ਵਾਸਤੇ ਖਰਚੇ ਜਿਹੜੇ ਇੱਕੋ ਜਿਹੇ ਆ। ਸੋ ਇਹ ਕਸਟਮ ਹੈਰਿੰਗ ਸੈਂਟਰਾਂ ਦਾ ਮੇਨ ਮਕਸਦ ਇਹੀ ਆ ਵੀ ਮਸ਼ੀਨਰੀ ਮਹਿੰਗੀ ਹੋਣ ਕਰਕੇ ਜਿਹੜੇ ਹਰੇਕ ਕਿਸਾਨ ਨਹੀਂ ਲਿਖਦਾ, ਆਪਾਂ ਪਹਿਲਾਂ ਵੀ ਗੱਲ ਕੀਤੀ। ਸੋ ਪਹਿਲਾ ਫਾਇਦਾ ਤਾਂ ਇਹ ਆ ਵੀ ਤੁਸੀਂ ਕਿਰਾਏ ਤੇ ਲੈ ਕੇ ਲੋੜ ਮੁਤਾਬਕ ਜਿਹੜੀ ਮਸ਼ੀਨਰੀ ਵਰਤ ਸਕਦੇ ਆ, ਕਿਉਂਕਿ ਮਸ਼ੀਨਰੀ ਦੀ ਵਰਤੋਂ ਕਿੰਨੇ ਦਿਨ ਹੋਣੀ ਹੈ ਸਾਲ 'ਚ? ਬਿਲਕੁਲ 15 ਤੋਂ 20 ਦਿਨਾਂ ਦੇ ਸੀਜ਼ਨ ਵਿੱਚ ਇਹਦੀ ਵਰਤੋਂ ਹੋਣੀ ਹੈ, ਔਰ ਪੂਰਾ ਸਾਲ ਜਿਹੜੀ ਤੁਹਾਡੀ ਮਸ਼ੀਨਰੀ ਖੜੀ ਰਹਿਣੀ ਹੈ। ਬਿਲਕੁਲ। ਸੋ ਸਿਰਫ ਆਪਾਂ ਨੂੰ ਖਰਚੇ ਪੈ ਰਹੇ ਉਹਦੇ, ਸੋ ਇਹਦੇ ਤੋਂ ਲੈ ਕੇ ਵਰਤਦੇ। ਦੂਸਰੀ ਗੱਲ ਕਰਦੀ ਫਿਰ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਗੱਲ ਕਰਦਾ, ਜੇ ਆਪਾਂ ਕਣਕ ਵਾਸਤੇ ਖੇਤ ਤਿਆਰ ਕਰਨਾ, ਤਾਂ ਖੇਤ ਦੀ ਤਿਆਰੀ ਵਾਸਤੇ ਕੋਈ 3 4 5 ਆਪਰੇਸ਼ਨ ਆਪਾਂ ਨੂੰ ਕਰਨੇ ਪੈਂਦੇ ਆ, ਜਿਹਦੇ ਤੇ ਕਾਫੀ ਜਿਹੜੀ ਕਹ ਲੋ ਤੇਲ ਦਾ ਖਰਚਾ ਹੁੰਦਾ। ਪ੍ਰਤੀ ਏਕੜ ਜੇ ਆਪਾਂ ਵੇਖੀਏ ਤਾਂ 1500 ਤੋਂ 2000 ਰੁਪਇਆ ਪ੍ਰਤੀ ਏਕੜ ਜਿਹੜਾ ਆਪਣਾ ਖਰਚਾ ਹੋ ਜਾਂਦੇ ਆ। ਪਰ ਜੇ ਨਵੀਨਤਮ ਖੇਤੀ ਮਸ਼ੀਨਰੀ ਜਿਹੜੀ ਆਪਾਂ ਵਰਤਦੇ ਆ, ਜਾਂ ਉਹ ਹੈਪੀ ਸੀਡਰ ਆ ਜਾਂ ਸੁਪਰ ਸੀਡਰ ਆ, ਉਹਦੀ ਜੇ ਵਰਤੋਂ ਕਰਕੇ ਆਪਾਂ ਬਿਜਾਈ ਕਰਦੇ ਆ, ਤਾਂ ਉਹਦੇ ਨਾਲ ਜੇ ਪ੍ਰਤੀ ਏਕੜ ਦੇ ਹਿਸਾਬ ਨਾਲ ਲਾਈਏ ਤਾਂ 15000 ਘੱਟ ਤੋਂ ਘੱਟ ਜਿਹੜਾ ਪ੍ਰਤੀ ਏਕੜ ਆਪਾਂ ਬਚਤ ਕੀਤੀ ਜਾ ਸਕਦੀ ਆ, ਜਿਹਦੇ ਨਾਲ ਉਹ ਛੋਟੇ ਕਿਸਾਨ ਦਾ ਵੀ ਫਾਇਦਾ ਹੋਣਾ ਔਰ ਵੱਡੇ, ਜਿਹਦੇ ਨਾਲ ਜਿਹੜੀ ਕਿਸਾਨ ਦੀ ਆਰਥਿਕ ਨੂੰ ਕਾਫੀ ਵੱਡਾ ਜਿਹੜਾ ਹੰਗਾਰਾ ਮਿਲੂਗਾ। ਕਿੱਲੇ ਮਗਰ 15000 ਦਾ ਫਾਇਦਾ। ਬਿਲਕੁਲ ਬਹੁਤ ਫਾਇਦਾ ਜੀ। ਦੇਖੋ ਇੰਜੀਨੀਅਰ ਸਾਹਿਬ, ਇੱਥੇ ਸਾਡੇ ਕਿਸਾਨ ਵੀਰ ਇਹੀ ਸੋਚਦੇ ਹੋਣਗੇ ਵੀ ਇਹ ਯਾਰ ਕਸਟਮ ਹਾਇਰਿੰਗ ਸੈਂਟਰ ਕੌਣ ਬਣਾ ਸਕਦਾ, ਇਹ ਸਰਕਾਰੀ ਸਹਾਇਤਾ ਕੌਣ ਲੈ ਸਕਦਾ, ਕੀ ਇਹਦੇ ਲਈ ਫਾਰਮੈਲਿਟੀਆਂ, ਥੋੜਾ ਜਿਹਾ ਇਹ ਵੀ ਸਾਡੇ ਜ਼ਰੂਰ ਇੱਥੇ ਡਿਸਕਸ ਕਰੋ।
ਕਸਟਮ ਹਾਇਰਿੰਗ ਸੈਂਟਰ ਵਾਸਤੇ ਕੋਈ ਵੱਡਾ ਮਸਲਾ ਨਹੀਂ ਹੈਗਾਗਾ। ਕੋਈ ਵੀ ਸੈਲਫ ਹੈਲਪ ਗਰੁੱਪ ਉਹ 7 ਤੋਂ 10 ਫਾਰਮਰ ਜਿਹੜੇ ਇਕੱਠੇ ਹੋ ਕੇ ਉਹ ਗਰੁੱਪ ਬਣਾ ਕੇ ਇਸ ਕਸਟਮ ਹਾਇਰਿੰਗ ਸੈਂਟਰ ਦਾ ਫਾਇਦਾ ਲੈ ਸਕਦੇ, ਜਾਂ ਕੋਈ ਫਾਰਮਰ ਗਰੁੱਪ ਜਾਂ ਫਿਰ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਹੈਗੀਆਂ ਉਹ ਇਹਨਾਂ ਸੈਂਟਰਾਂ ਦਾ ਜਿਹੜਾ ਲਾਇਆ ਲੈ ਸਕਦੀਆਂ ਜੀ। ਜੇ ਗੱਲ ਕਰਦੇ ਤੇ ਇਹਦੇ ਤੇ ਜਿਹੜਾ ਸਰਕਾਰ ਵੱਲੋਂ ਕੀ ਫਾਇਦਾ ਦਿੱਤਾ ਜਾਂਦਾ, ਕੋਈ ਵੀ ਜਿਹੜਾ ਗਰੁੱਪ ਆ ਜਾਂ ਕੋਈ ਕੋਆਪਰੇਟਿਵ ਸੁਸਾਇਟੀ ਆ ਕਿਸੇ ਵੀ ਮਸ਼ੀਨਰੀ ਦੀ ਜੇ ਪਰਚੇਜ ਕਰਦੀ ਜਾਂ ਖਰੀਦ ਕਰਦੀ ਆ ਤਾਂ ਉਹਨੂੰ 80% ਦੀ ਦਰ ਨਾਲ ਜਿਹੜੀ ਮਹਿਕਮੇ ਵੱਲੋਂ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਆ। ਇਹ ਤਾਂ ਸੀ ਸੈਂਟਰ ਬਾਬਤ, ਠੀਕ ਹੈ। ਬਾਕੀ ਜੇ ਆਪਾਂ ਇਦੋਂ ਅੱਗੇ ਗੱਲ ਕਰੀਏ ਵੀ ਇੱਕ ਅਸੀਂ ਗੱਲ ਕਰਦੇ ਸੀਗੇ ਵੀ ਇਹਦੇ 'ਚ ਹੋਰ ਵੀ ਮਸ਼ੀਨਾਂ ਅਸੀਂ ਦੇ ਸਕਦੇ ਹਾਂ। ਅੱਛਾ, ਕਿਉਂਕਿ ਐਸਾ ਜੇ ਆਪਾਂ ਕਹਿ ਲਈਏ ਵੀ ਅਸੀਂ ਝੋਨੇ ਦੀ ਪਰਾਲੀ ਸੰਭਾਲ ਸੰਧੀ ਮਸ਼ੀਨਾਂ ਦੇ ਰਹੇ ਹਾਂ, ਪਰ ਹੁਣ ਆਪਾਂ ਨੂੰ ਲੋੜ ਇਸ ਟਾਈਮ ਝੋਨੇ ਦੀ ਬਿਜਾਈ ਆ। ਕੁਝ ਹੋਰ ਮਸ਼ੀਨਾਂ ਵੀ ਅਸੀਂ ਇਸ ਕਸਟਮ ਹਾਇਰ ਸੈਂਟਰਾਂ 'ਚ ਮੁਹੱਈਆ ਕਰਵਾਉਂਦੇ ਆ, ਜਾਂ ਉਹ ਝੋਨਾ ਬੀਜਣ ਵਾਲੀਆਂ, ਜਾਂ ਉਹ ਸਾਡੇ ਲੇਜ਼ਰ ਲੈਵਲਰ ਆ, ਜਾਂ ਉਹ ਆਲੂ ਬੀਜਣ ਵਾਲੀਆਂ, ਜਾਂ ਕੋਈ ਚਾਰੇ ਨਾਲ ਸੰਬੰਧਿਤ ਮਸ਼ੀਨਾਂ, ਉਹ ਵੀ ਇਹਨਾਂ ਸੈਂਟਰਾਂ 'ਚ। ਪਰੰਤੂ ਉਹਨਾਂ ਮਸ਼ੀਨਾਂ ਤੇ ਜਿਹੜੀ ਸਬਸਿਡੀ ਅਸੀਂ 40% ਦੀ ਦਰ ਨਾਲ ਜਿਹੜੀ ਮੁਹੱਈਆ ਕਰਵਾਈ ਜਾਂਦੇ। ਤੇ ਜਿੱਦਾਂ ਦੀ ਲੋੜ ਆ ਤੁਹਾਨੂੰ ਉਦਾਂ ਦੀ ਚੀਜ਼ ਮਿਲ ਜੂਗੀ, ਪਰ ਸਬਸਿਡੀ ਅਲੱਗ ਲੱਗ ਗਿਆ। ਦੇਖੋ ਜੀ, ਰੱਖਣੀਆਂ ਵੀ ਸਾਰੀਆਂ ਮਸ਼ੀਨਾਂ ਪੈਣਗੀਆਂ, ਹਾਂ, ਕਿਉਂਕਿ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਆ, ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਆ। ਬਿਲਕੁਲ ਬਿਲਕੁਲ ਉਹ ਗੱਲ ਸਹੀ ਆ। ਤੇ ਹੁਣ ਜਦੋਂ ਆਪਾਂ ਗੱਲ ਕਰਦੇ ਆਂ ਵੀ ਕਿਰਾਏ ਤੇ ਲੈਣੀਆਂ ਆਪਾਂ, ਚਾਹੇ ਉਹ ਮਸ਼ੀਨਾਂ ਆ ਜਾਂ ਕੁਝ ਹੋਰ ਵੀ ਆ, ਉਹ ਜਿਹੜਾ ਕਿਰਾਇਆ ਆ ਕਿਤੇ ਇਹ ਨਾ ਹੋਵੇ ਨਾ ਉਹ ਸ਼ੁਰੂ ਹੋ ਗਿਆ ਮੁੜ ਕੇ ਮੇਰੇ ਵਰਗੇ ਤੋਂ ਜ਼ਿਆਦਾ ਹੀ ਲਈ ਜਾਣ, ਪਹਿਲਾਂ ਹੀ ਖਿਆਲ ਰੱਖਣਾ ਚਾਹੀਦਾ। ਤੇ ਉਹ ਜਿਹੜਾ ਕਿਰਾਇਆ ਆ ਉਹ ਸਰਕਾਰ ਉਹਦਾ ਰੇਟ ਤੈਅ ਕਰਦੀ ਆ ਜਾਂ ਉਹ ਪਿੰਡ ਲੈਵਲ ਤੇ ਜਿਹੜੀ ਸੰਸਥਾ ਆ ਉਹ ਕਰਦੀ ਆ? ਉਹ ਕਿੱਦਾਂ ਹੁੰਦਾ? ਮਤਲਬ ਆਪਾਂ ਲੜਾਈ ਝਗੜਾ ਨਾ ਹੀ ਪਈਏ, ਵੱਧ ਘੱਟ ਨਾ ਲਈ ਜਾਣਾ। ਸਿੱਧਾ ਸਿੱਧਾ ਜਿਹਾ ਹਿਸਾਬ ਦੱਸੋ ਸਾਨੂੰ ਜੀ। ਬਹੁਤ ਵਧੀਆ ਤੁਸੀਂ ਸਵਾਲ ਕੀਤਾ, ਕਿਉਂਕਿ ਸਾਨੂੰ ਆਮ ਕਿਸਾਨਾਂ ਦੇ ਜਿਹੜੇ ਫੋਨ ਆਉਂਦੇ ਰਹਿੰਦੇ ਆ ਔਰ ਇਸ ਵਿਸ਼ੇ ਤੇ ਕਾਫੀ ਵੱਡੀ ਸ਼ਿਕਾਇਤ ਮਿਲਦੀ ਆ ਵੀ ਫਲਾਨਾ ਜਿਹੜਾ ਸੈਂਟਰ ਵਾਲਾ ਸਾਡੇ ਤੋਂ ਆਹ ਕਿਰਾਏ ਦੀ ਮੰਗ ਕਰ ਰਿਹਾ। ਸੋ ਉਸ ਵਿਸ਼ੇ ਨੂੰ ਵੇਂਦੇ ਹੋਏ ਸਰਕਾਰ ਵੱਲੋਂ ਜਿਹੜੇ ਇਹਨਾਂ ਦੇ ਸਾਰੀਆਂ ਮਸ਼ੀਨਾਂ ਦੇ ਰੇਟ ਜਿਹੜੇ ਨਿਰਧਾਰਿਤ ਕਰ ਦਿੱਤੇ ਗਏ ਆ। ਅੱਛਾ, ਉਹਦੇ ਚ ਦੋ ਤਰੀਕਿਆਂ ਨਾਲ ਜਿਹੜੇ ਰੇਟ ਨਿਰਧਾਰਿਤ ਕੀਤੇ ਗਏ ਆ। ਇੱਕ ਤਾਂ ਜੇ ਤੁਸੀਂ ਕਸਟਮ ਹਾਇਰਿੰਗ ਸੈਂਟਰ ਤੋਂ ਟਰੈਕਟਰ ਪਲੱਸ ਆਪਰੇਟਰ ਦੇ ਨਾਲ ਜਿਹੜੀ ਕੋਈ ਮਸ਼ੀਨ ਲੈਣੀ ਆ, ਉਹਦਾ ਜਿਹੜਾ ਕਿਰਾਇਆ ਵੱਖਰਾ ਹੋਊਗਾ ਔਰ ਉਹ ਏਕੜ ਦੇ ਹਿਸਾਬ ਨਾਲ ਜਿਹੜੇ ਕਿਰਾਇਆ ਲਿਆ ਜਾਂਦਾ। ਅੱਛਾ, ਜੇ ਕਿਸੇ ਕਿਸਾਨ ਕੋਲੇ ਆਪਦਾ ਟਰੈਕਟਰ ਹੈ ਤਾਂ ਉਸ ਨੂੰ ਘੰਟਿਆਂ ਦੇ ਹਿਸਾਬ ਨਾਲ ਜਿਹੜਾ ਮਸ਼ੀਨਾਂ ਦਾ ਕਿਰਾਇਆ ਲਿਆ ਜਾਂਦਾ। ਜੇ ਆਪਾਂ ਉਦਾਹਰਨ ਦੇ ਤੌਰ ਤੇ ਜੇ ਗੱਲ ਕਰਦੇ ਆ, ਜਿਵੇਂ ਅਸੀਂ ਕਿਸੇ ਕਸਟਮ ਹਾਇਰਿੰਗ ਸੈਂਟਰ ਨੇ ਹੈਪੀ ਸੀਡਰ ਜਿਹੜਾ ਕਿਰਾਏ ਤੇ ਦੇਣਾ, ਬਿਲਕੁਲ ਠੀਕ ਆ, ਉਹ 1300 ਤੋਂ 1400 ਰੁਪਈਆ ਜਿਹੜਾ ਕਿਰਾਇਆ ਉਹ ਹੈਪੀ ਸੀਡਰ ਦਾ ਪ੍ਰਤੀ ਏਕੜ ਤੇ ਚਲਾਉਣ ਵਾਸਤੇ ਟਰੈਕਟਰ ਤੇ ਆਪਰੇਟਰ ਦੇ ਨਾਲ ਜਿਹੜਾ ਉਹਦਾ ਕਿਰਾਇਆ ਵਸੂਲ ਕਰਦਾ। ਠੀਕ ਆ। ਜੇ ਉਹ ਕੱਲਾ ਉਹਨੇ ਹੈਪੀ ਸੀਡਰ ਹੀ ਲੈ ਕੇ ਜਾਣਾ ਤਾਂ ਉਹ 200 ਰੁਪਏ ਦੇ ਘੰਟੇ ਦੇ ਹਿਸਾਬ ਨਾਲ ਜਿਹੜਾ ਰੇਟ ਲੈਣਾ। ਇਸੇ ਹਿਸਾਬ ਨਾਲ ਜੇ ਆਪਾਂ ਸੁਪਰ ਸੀਡਰ ਦੀ ਗੱਲ ਕਰਦੇ ਹਾਂ, ਕਿਉਂਕਿ ਪਿਛਲੇ ਕਾਫੀ ਸਾਲਾਂ ਤੋਂ ਜਿਹੜਾ ਸੁਪਰ ਸੀਡਰ ਜਿਹੜਾ ਖਾਸ ਕਰਕੇ ਪਿਛਲੇ ਸਾਲ ਤੋਂ ਕਾਫੀ ਜਿਹੜਾ ਪ੍ਰਚਲਿਤ ਹੋਇਆ, ਹਰਮਨ ਪਿਆਰਾ ਹੋਇਆ ਔਰ ਉਹਦਾ ਵਧੀਆ ਰਿਜ਼ਲਟ ਵੀ ਸਾਨੂੰ ਮਿਲ ਰਹੇ ਆ। ਅੱਛਾ ਜੀ। ਉਹਦੇ ਕਿਰਾਇਆ, ਕਿਉਂਕਿ ਉਹਦੀ ਲੋਡ ਜ਼ਿਆਦਾ, ਮੰਗ ਜ਼ਿਆਦਾ, ਉਹਦਾ ਜਿਹੜਾ ਕਿਰਾਇਆ 1600 ਰੁਪਏ ਤੋਂ ਲੈ ਕੇ 2000 ਰੁਪਇਆ ਜਿਹੜਾ ਸਰਕਾਰ ਵੱਲੋਂ ਨਿਰਧਾਰਿਤ ਕੀਤਾ ਗਿਆ ਟਰੈਕਟਰ ਤੇ ਆਪਰੇਟਰ ਦੇ ਨਾਲ, 1 ਕਿੱਲੇ ਦਾ। 1 ਕਿੱਲੇ ਦਾ। ਠੀਕ ਹੈ। ਜੇ ਉਹ ਕੱਲਾ ਸੁਪਰ ਸੀਡਰ ਕੋਈ ਲੈਣਾ ਚਾਹੁੰਦਾ ਤਾਂ ਉਹਦਾ 400 ਤੋਂ 500 ਰੁਪਇਆ ਜਿਹੜਾ ਪ੍ਰਤੀ ਘੰਟੇ ਵਾਸਤੇ ਜਿਹੜਾ ਉਹਦਾ ਕਿਰਾਇਆ ਨਿਸ਼ਚਿਤ ਕੀਤਾ ਗਿਆ ਸਰਕਾਰ ਵੱਲੋਂ। ਔਰ ਇਹ ਜਿਹੜਾ ਰੇਟ ਬਕਾਇਦਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਆ ਔਰ ਇਹ ਕਿਰਾਏ ਜਿਹੜੇ ਅਸੀਂ ਸਾਰੇ ਕਸਟਮ ਹਾਇਰਿੰਗ ਸੈਂਟਰਾਂ 'ਚ ਸਾਰੀਆਂ ਸੁਸਾਇਟੀਆਂ 'ਚ ਸਰਕੂਲੇਟ ਕੀਤੇ ਹੋਏ ਆ। ਔਰ ਇਸ ਸੰਬੰਧੀ ਜੇ ਕੋਈ ਕਿਸਾਨ ਨੂੰ ਕੋਈ ਵੀ ਕਿਰਾਏ ਤੇ ਮਸ਼ੀਨਰੀ ਲੈਣੀ ਆ ਔਰ ਰੇਟ ਪ੍ਰਤੀ ਜਾਣਕਾਰੀ ਲੈਣੀ ਆ ਤਾਂ ਉਹ ਆਪਦੇ ਸੰਬੰਧਿਤ ਬਲਾਕ ਖੇਤੀਬਾੜੀ ਅਫਸਰ ਦੇ ਦਫ਼ਤਰ ਜਾਂ ਮੁੱਖ ਖੇਤੀਬਾੜੀ ਅਫਸਰ ਦੇ ਦਫ਼ਤਰ ਨਾਲ ਸੰਪਰਕ ਕਰ ਸਕਦਾ। ਦੇਖੋ ਕਿੱਡੀ ਵਧੀਆ ਗੱਲ ਆ ਚੌਹਾਨ ਸਾਹਿਬ, ਬਹੁਤ ਵਧੀਆ ਜੀ। ਬਹੁਤ ਇਹ ਨਹੀਂ ਲੱਗਾ ਦਾ ਹੈ ਨਹੀਂ, ਪਹਿਲੇ ਪਤਾ ਹੁੰਦਾ ਭਾਈ ਜਿਹੜੀ ਚੀਜ਼ ਮੈਂ ਲੈਣ ਚੱਲਾਂ ਉਹਦਾ ਇੰਨਾ ਕਿਰਾਇਆ ਸਰਕਾਰੀ ਰੇਟ, ਬਲਕਿ ਮੈਨੂੰ ਤਾਂ ਲੱਗਦਾ ਜੀ ਆਪਣੇ ਪਿੰਡ ਵਾਲੀ ਸਾਈਟੀ ਵਾਲਿਆਂ ਦਾ ਲਿਖ ਕੇ ਲਾਇਆ ਹੋਇਆ ਆ, ਲਾਏ ਆ ਵੀ ਆਹ ਰੇਟ ਸਰਕਾਰ ਵੱਲੋਂ ਫਿਕਸ ਹੈ। ਹਾਂ, ਬੋਰਡ ਲੱਗੇ ਹੁੰਦੇ ਆ। ਅੱਛਾ ਇੰਜੀਨੀਅਰ ਸਾਹਿਬ, ਇਹ ਦੱਸੋ ਕਿ ਇਹ ਜਿਹੜੀ ਕਸਟਮ ਹਾਇਰਿੰਗ ਸੈਂਟਰ ਇਹਦੇ ਵਿੱਚ ਕੱਲੀਆਂ ਪਰਾਲੀ ਨੂੰ ਸਾਂਭਣ ਵਾਲੀਆਂ ਵੀ ਮਸ਼ੀਨਾਂ ਨੇ, ਵੈਸੇ ਤੁਸੀਂ ਦੱਸਿਆ ਵੀ ਹੋਰ ਵੀ ਮਸ਼ੀਨਾਂ ਨੇ, ਪਰ ਨਾਲ ਉਹ ਇਹ ਵੀ ਦੱਸ ਦਿਓ ਹੁਣ ਫਿਰ ਉਹ ਮਸ਼ੀਨਾਂ ਜਿਹੜੀਆਂ ਨੇ ਹੋਰ ਕਿਹੜੀਆਂ ਨੇ ਤੇ ਉਹ ਕਿਸ ਤਰ੍ਹਾਂ ਕਿਰਾਏ ਤੇ ਅੱਗੇ ਉਹਨਾਂ ਨੇ ਦੇਣੀਆਂ ਨੇ? ਟਰੈਕਟਰ ਤਾਂ ਚਾਹੀਦਾ ਹੀ ਚਾਹੀਦਾ, ਕਿ ਟਰੈਕਟਰ ਆਪ ਦਾ ਲਿਆ ਕੇ ਵੀ ਬੰਦਾ ਮਸ਼ੀਨ ਨੂੰ ਲਿਜਾ ਸਕਦਾ ਆ? ਬਿਲਕੁਲ। ਹਾਂਜੀ ਚੌਹਾਨ ਸਾਹਿਬ, ਜਿਵੇਂ ਆਪਾਂ ਮਸ਼ੀਨਾਂ ਦੀ ਗੱਲ ਕਰਦੇ ਹਾਂ,
ਜਿਹੜਾ ਮੇਨ ਆਪਾਂ ਕਿਉਂਕਿ ਪਹਿਲਾਂ ਗੱਲ ਕੀਤੀ ਸੀ ਇਹਨਾਂ ਦੀ ਲੋਡ ਕਸਟਮ ਹੈਰਿੰਗ ਸੈਂਟਰ, ਹਾਂਜੀ ਸਿਰਫ ਪਰਾਲੀ ਦੀ ਸੰਭਾਲ ਵਾਸਤੇ ਜਿਹੜੇ ਅਸੀਂ ਪਹਿਲਾਂ ਇੰਟਰੋਡਿਊਸ ਕੀਤੇ ਸੀ, ਇਹ ਲਿਆਂਦੇ ਸੀ। ਹੁਣੇ ਸ਼ੁਰੂ ਹੋਇਆ ਇਹ 2-3 ਸਾਲਾਂ ਪਰ ਸਮੇਂ ਦੇ ਨਾਲ ਨਾਲ ਕਿਉਂਕਿ ਬਹੁਤ ਚੀਜ਼ਾਂ ਸਾਹਮਣੇ ਆਉਂਦੀਆਂ, ਕਿਉਂਕਿ ਇੱਕ ਸੀਜ਼ਨ ਵਾਸਤੇ ਆਪਾਂ ਇੰਨੀ ਇਨਵੈਸਟਮੈਂਟ ਨਹੀਂ ਕਰਨੀ, ਸੋ ਦੋਵੇਂ ਸੀਜ਼ਨਾਂ 'ਚ ਕੰਮ ਇਹ ਜੀ ਮਸ਼ੀਨਰੀ ਅਸੀਂ ਜਿਹੜੀ ਸੈਂਟਰਾਂ 'ਚ ਹੋਣੀ ਚਾਹੀਦੀ ਹੈ, ਉਹ ਹਾੜੀ 'ਚ ਵੀ ਵਰਤੀ ਜਾਵੇ ਤੇ ਸੌਣੇ 'ਚ ਵੀ ਵਰਤੀ ਜਾਵੇ। ਸੋ ਇਸ ਸੰਬੰਧੀ ਸਾਡੇ ਕੋਲ ਇੱਕ ਸਕੀਮ ਸਬਮਿਸ਼ਨ ਔਨ ਐਗਰੀਕਲਚਰ ਮੈਕਨਾਈਜੇਸ਼ਨ ਸੀ ਜੀ, ਉਹਦੇ 'ਚ ਅਸੀਂ ਕੁਝ ਮਸ਼ੀਨਾਂ ਜਿਹੜੀਆਂ ਇਹਨਾਂ ਸੈਂਟਰਾਂ 'ਚ ਦਿੱਤੀਆਂ। ਉਹ ਆਪਾਂ ਪਹਿਲਾਂ ਵੀ ਗੱਲ ਕਰ ਪੈਡੀ ਟਰਾਂਸਪਲਾਂਟਰ, DSR ਡਰਿੱਲਾਂ ਹੈਗੀਆਂ, ਲੇਜ਼ਰ ਲੈਵਲਰ ਆ ਜਿਹੜੇ ਇਸ ਸੀਜ਼ਨ 'ਚ ਅਸੀਂ, ਜਾਂ ਕੁਝ ਲੋਕ ਚਾਰੇ ਦਾ ਕੰਮ ਕਰਦੇ ਆ ਜਿਵੇਂ ਡੇਅਰੀ ਫਾਰਮ ਵਗੈਰਾ ਹੈਗੇ ਆ, ਉਹਨਾਂ ਦੀਆਂ ਮਸ਼ੀਨਾਂ, ਜਾਂ ਕੁਝ ਸਾਡੇ ਕੋਲ ਹੈਗੇ ਆ ਹਾਰਵੈਸਟਰ ਆਉਂਦੇ, ਕਈ ਤਰ੍ਹਾਂ ਦੇ ਰੀਪਰ ਆਉਂਦੇ ਆ, ਉਹ ਮਸ਼ੀਨਾਂ ਵੀ ਇਹਨਾਂ ਸੈਂਟਰਾਂ 'ਚ ਉਪਲਬਧ ਕਰਾਈਆਂ ਜਾਂਦੀਆਂ ਔਰ ਇਹਨਾਂ ਤੇ 40% ਦੇ ਹਿਸਾਬ ਨਾਲ ਜਿਹੜੀ ਸਬਸਿਡੀ ਸੈਂਟਰਾਂ ਨੂੰ ਦਿੱਤੀ ਜਾਂਦੀ ਹੈ। ਬਿਲਕੁਲ ਹੁਣ ਜਿਵੇਂ ਕੁਝ ਸੈਂਟਰ ਇਹ ਹੈ ਜਿਨ੍ਹਾਂ 'ਚ ਸਿਰਫ ਪਰਾਲੀ ਵਾਲੀਆਂ ਮਸ਼ੀਨਾਂ, ਉਹਦੇ 'ਚ ਕੀ ਆ, ਹਰੇਕ ਸੈਂਟਰ 'ਚ ਹੈਪੀ ਸੀਡਰ ਔਰ ਜ਼ੀਰੋ ਟਿਲ ਡਰਿੱਲਾਂ ਜਿਹੜੀਆਂ ਇਸ ਟਾਈਮ ਮੌਜੂਦ ਹਨ, ਕਿਉਂਕਿ ਹੁਣ ਝੋਨੇ ਦਾ ਸੀਜ਼ਨ ਹੈਗਾ, ਉਹਦੀ ਬਿਜਾਈ ਆਉਣੀ ਹੈ, ਟਰਾਂਸਪਲਾਂਟਿੰਗ ਆਉਣੀ ਆ, ਬਿਲਕੁਲ ਸਿੱਧੀ ਬਿਜਾਈ ਵੀ ਕਰਨੀ ਹੈ, ਸਿੱਧੀ ਬਿਜਾਈ ਵੀ ਕਰਨੀ ਆ। ਸੋ ਜਿਹੜੇ ਕਿਸਾਨਾਂ ਕੋਲੇ ਸਿੱਧੀ ਬਿਜਾਈ ਵਾਲੀਆਂ ਮਸ਼ੀਨਾਂ ਹੈਗੀਆਂ ਉਹਨਾਂ ਕੋਲੇ ਠੀਕ ਆ, ਚਾਹੇ ਲੱਕੀ ਸੀਡ ਡਰਿੱਲ ਆਈ ਆ ਉਹ ਠੀਕ ਆ, ਬਟ ਜਿਹੜੇ ਕਿਸਾਨਾਂ ਕੋਲੇ ਇਹ ਮਸ਼ੀਨਾਂ ਨਹੀਂ ਹਨ, ਉਹ ਜ਼ੀਰੋ ਟਿਲ ਜਾਂ ਹੈਪੀ ਸੀਡਰ ਵਿੱਚ ਮਾਮੂਲੀ ਸੋਧਾਂ ਕਰਕੇ ਇਹਨੂੰ ਝੋਨੇ ਦੀ ਬਿਜਾਈ ਵਾਸਤੇ, ਸਿੱਧੀ ਬਿਜਾਈ ਵਾਸਤੇ ਵਰਤ ਸਕਦੇ ਆ। ਉਹ ਜਿਹੜਾ ਦੋਵੇਂ ਪਾਸੇ ਉਹਦਾ ਫਾਇਦਾ ਲਿਆ ਜਾ ਸਕਦਾ। ਇਹਦੇ ਨਾਲ ਜਿਹੜੇ ਕਸਟਮ ਹੈਰਿੰਗ ਸੈਂਟਰ ਚਲਾਉਣ ਵਾਲੇ ਮਾਲਕ ਆ, ਉਹਨਾਂ ਨੂੰ ਵੀ ਇਹਦਾ ਡਬਲ ਫਾਇਦਾ ਮਿਲੂਗਾ, ਕਿਉਂਕਿ ਦੋਵੇਂ ਸੀਜ਼ਨਾਂ 'ਚ ਉਹਨਾਂ ਨੂੰ ਪ੍ਰੋਫਿਟ ਮਿਲ ਰਿਹਾ। ਇਹ ਬਹੁਤ ਵਧੀਆ ਗੱਲ ਹੈ, ਬੜੀ ਵਧੀਆ ਗੱਲ। ਆਪਣੇ ਸਰਪੰਚ ਨੇ 45 ਖੇਤ ਪਿਛਲੀ ਵਾਰ ਸਿੱਧੀ ਬਿਜਾਈ ਕੀਤੀ ਸੀ ਝੋਨੇ ਦੀ। ਨਹੀਂ ਇਹ ਦੇਖੋ ਕਰਨੀ ਚਾਹੀਦੀ ਵੀ ਹੈ ਨਾ, ਇਹਦੇ ਨਾਲ ਆਪਾਂ ਪਾਣੀ ਬਚਾਉਂਦੇ ਬੜਾ ਫਾਇਦਾ ਹੋਇਆ, ਉਹ ਕਹਿੰਦਾ ਜੀ ਫਾਇਦਾ ਵੀ ਹੈਗਾ। ਅੱਛਾ ਹੁਣ ਜਦੋਂ ਤੁਸੀਂ ਗੱਲ ਕੀਤੀ ਆ, ਤੁਸੀਂ ਪਹਿਲਾਂ ਜਦੋਂ ਖਰਚੇ ਦੀ ਗੱਲ ਕੀਤੀ ਸੀ, ਸਰਦਾਰ ਦਰਬਾਰਾ ਸਿੰਘ ਹੁਣੀ ਤੁਹਾਨੂੰ ਸਵਾਲ ਪੁੱਛਿਆ ਸੀ, ਮੈਂ ਉਹਨੂੰ ਥੋੜਾ ਜਿਹਾ ਅੱਗੇ ਵਧਾਉਣਾ। ਬਲਾਕ ਪੱਧਰ ਤੇ ਹੋਵੇ ਚਾਹੇ ਪਿੰਡ ਪੱਧਰ ਤੇ ਹੋਵੇ, ਚਾਹੇ ਕਿਤੇ ਵੀ ਇੱਕ ਸੰਸਥਾ ਆ ਉਹਨੇ ਇਹ ਕੰਮ ਸ਼ੁਰੂ ਕਰ ਲਿਆ। ਹੁਣ ਕਈ ਵਾਰੀ ਕੀ ਹੁੰਦਾ, ਜਦੋਂ ਪਿੰਡ ਵੱਡੇ ਆ ਜਾਂ ਬਲਾਕ ਦੇ ਵਿੱਚ ਜ਼ਿਆਦਾ ਪਿੰਡ ਹੈ, ਆਪਾਂ ਨੂੰ ਜ਼ਰੂਰਤ ਜ਼ਿਆਦਾ ਆ, ਹੈਨਾ, ਉਹਦਾ ਕੋਈ ਇਹੋ ਜਿਹੀ ਕੋਈ ਖਰਚਾ ਲਿਮਟ ਵੀ ਹੈਗੀ ਆ ਵੀ ਭਾਈ ਆ ਜਿਹੜੇ 7 ਬੰਦੇ ਰਲੇ ਆ ਜਾਂ 10 ਬੰਦੇ ਰਲੇ ਆ, ਜਾਂ ਬੰਦਿਆਂ ਦੀ ਕੋਈ ਲਿਮਟ ਹੋਵੇ, ਇਹ ਇੰਨਾ ਖਰਚਾ ਕਰਨ ਤੇ ਭਾਈ ਇਹਨਾਂ ਨੂੰ ਇੰਨੀ ਸਬਸਿਡੀ ਮਿਲਣੀ ਆ, ਜਾਂ ਉਹ ਉਸ ਇਲਾਕੇ ਦੀ ਲੋੜ ਦੇ ਹਿਸਾਬ ਨਾਲ ਵੱਧ ਤੋਂ ਵੱਧ ਖਰਚਾ ਵੀ ਕਰ ਸਕਦੇ ਔਰ ਵੱਧ ਤੋਂ ਵੱਧ ਬੰਦੇ ਵੀ ਨਾਲ ਕਰਾ ਸਕਦੇ ਆ। ਇਹਦੇ 'ਚ ਜਿਹੜੀਆਂ ਸਾਡੀਆਂ ਸਕੀਮ ਦੀਆਂ ਗਾਈਡਲਾਈਨਾਂ, ਜਿਹੜੀ CRM ਸਕੀਮ ਜਿਹੜੀ ਮੇਨ ਅਸੀਂ ਚਲਾ ਰਹੇ ਹਾਂ, ਹਾਂਜੀ, ਉਹਦੀਆਂ ਗਾਈਡਲਾਈਨ ਮੁਤਾਬਕ ਘੱਟ ਤੋਂ ਘੱਟ 10 ਲੱਖ, ਅੱਛਾ ਜੀ, ਔਰ ਵੱਧ ਤੋਂ ਵੱਧ ਜਿਹੜਾ 75 ਲੱਖ ਤੱਕ ਇਨਵੈਸਟਮੈਂਟ ਕਰਕੇ ਕੋਈ ਵੀ ਕਿਸਾਨ ਗਰੁੱਪ ਜਾਂ ਸੈਲਫ ਹੈਲਪ ਗਰੁੱਪ ਇਹ ਜਿਹੜਾ ਸੈਂਟਰ ਖੋਲ ਸਕਦਾ। ਅੱਛਾ, ਤੇ ਇਹਦੇ 'ਚ ਕੁਝ ਸਟੇਟ ਲੈਵਲ ਤੇ ਚਾਹੇ ਕੋਈ ਜਿਹੜੀ ਜ਼ਿਲ੍ਹੇ ਪੱਧਰ ਦੀ DLC ਹੁੰਦੀ ਆ, ਉਹਦੇ ਪੱਧਰ ਤੇ ਕੁਝ ਮਾਈਨਰ ਮੋਡੀਫਿਕੇਸ਼ਨਾਂ ਜਿਹੜੀਆਂ ਸੋਧਾਂ ਕੀਤੀਆਂ ਜਾ ਸਕਦੀਆਂ। ਠੀਕ ਆ, ਕਈ ਵਾਰੀ ਕੁਝ ਜਿਵੇਂ ਕੋਆਪਰੇਟਿਵ ਸੁਸਾਇਟੀਆਂ ਘੱਟ ਸੰਦ ਲੈਣਾ ਚਾਹੁੰਦੀਆਂ, ਜਾਂ ਕੁਝ ਫਾਰਮਰ ਗਰੁੱਪ ਆ, ਉਹ ਜ਼ਰੂਰੀ ਨਹੀਂ ਵੀ 10 ਲੱਖ ਰੁਪਈਆ ਲਾਉਣਗੇ, ਤਾਂ ਉਹਨਾਂ ਨੂੰ ਇਹ ਕੁਝ ਛੋਟਾਂ ਵੀ ਦਿੱਤੀਆਂ ਜਾ ਸਕਦੀਆਂ, ਉਹ 2 ਜਾਂ 3 ਮਸ਼ੀਨਾਂ ਲੈ ਕੇ ਵੀ ਇਹ ਕੰਮ ਦਾ ਸ਼ੁਰੂ ਕਰ ਸਕਦੇ ਆ। ਸੋ ਇਹਦਾ ਮਤਲਬ ਆ ਵੀ 10 ਲੱਖ ਤੋਂ ਲੈ ਕੇ 75 ਲੱਖ ਤੱਕ ਤੁਸੀਂ ਇਨਵੈਸਟ ਕਰ ਸਕਦੇ ਹੋ। ਉਹ ਤਾਂ ਲੋਨ ਵੀ ਮਿਲ ਜਾਂਦਾ ਹੋਊਗਾ ਜੀ, ਇੰਨੀ ਪੈਸੇ ਕਿੱਥੇ ਇਕੱਲੇ ਕੋਲ ਹੁੰਦੇ ਆ। ਨਹੀਂ ਉਹ ਤਾਂ ਦੱਸਦੇ ਹੀ ਆ, ਸਬਸਿਡੀ ਮਿਲ ਜਾਂਦੀ ਆ, ਲੋਨ ਵੀ ਹੋਣਾ ਆ, ਉਹ ਸਾਰਾ ਕੁਝ ਹੀ ਹੈਗਾ, ਤੇ ਉਹਦੇ ਹਿਸਾਬ ਨਾਲ ਤੁਸੀਂ ਵਰਤ ਸਕਦੇ ਆ। ਬਿਲਕੁਲ ਵਰਤ ਸਕਦੇ ਜੀ, ਬਹੁਤ ਵਧੀਆ ਤੁਸੀਂ ਜਿਹੜੀ ਆ ਜਾਣਕਾਰੀ ਦਿੱਤੀ ਆ। ਦੇਖੋ ਇਹ ਜਿਹੜੀਆਂ ਅਸਲ ਦੇ ਵਿੱਚ ਇਹ ਸੰਸਥਾਵਾਂ ਆ ਨਾ, ਇਹ ਹੁਣ ਪਿੰਡ ਪੱਧਰ ਤੇ ਜਾਂ ਇਹ ਸਮੇਂ ਦੀ ਲੋੜ ਬਣ ਗਈ ਆ। ਬਣ ਗਈ ਜੀ, ਬਣ ਗਈ। ਹਾਂ, ਹੁਣ ਇਹਨਾਂ ਤੋਂ ਬਿਨਾਂ ਆਪਣੇ ਗੁਜ਼ਾਰੇ ਹੈ ਨਹੀਂ, ਬਹੁਤ ਖਰਚਾ ਵੈਸੇ ਹੀ ਬਥੇਰਾ ਜੀ, ਇਹਨਾਂ ਤੋਂ ਬਿਨਾਂ ਗੁਜ਼ਾਰਾ ਕਿੱਥੇ ਆ। ਹਾਂ, ਸੋ ਤੁਸੀਂ ਬਹੁਤ ਸੋਹਣੀ ਗੱਲਬਾਤ ਸਾਨੂੰ ਦੱਸੀ ਆ। ਤੇ ਤਾਪਮਾਨ ਆਇਆ, ਜੇ ਕਹੋ ਤਾਂ ਸੁਣਾ ਦਈਏ। ਨਹੀਂ ਸੁਣਾਓ ਜੀ, ਸੁਣਾਓ ਜਰੂਰ। ਸੋ ਅੱਜ ਜਿਹੜਾ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਪੰਜਾਬ ਦੇ ਵਿੱਚ ਤਾਪਮਾਨ ਰਿਹਾ ਉਹ ਇਦਾਂ ਆ। ਚੰਡੀਗੜ੍ਹ ਵੱਧ ਤੋਂ ਵੱਧ 27.1 ਡਿਗਰੀ ਸੈਲਸੀਅਸ ਜੀ, ਤੇ ਘੱਟ ਤੋਂ ਘੱਟ 13.6 ਡਿਗਰੀ ਸੈਲਸੀਅਸ ਜੀ। ਅੰਮ੍ਰਿਤਸਰ ਵੱਧ ਤੋਂ ਵੱਧ 26.4 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 12.5 ਡਿਗਰੀ ਸੈਲਸੀਅਸ। ਲੁਧਿਆਣਾ ਵੱਧ ਤੋਂ ਵੱਧ 27.9 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 14.6 ਡਿਗਰੀ ਸੈਲਸੀਅਸ। ਪਟਿਆਲੇ ਵੱਧ ਤੋਂ ਵੱਧ 26 ਡਿਗਰੀ ਸੈਲਸੀਅਸ ਤੇ 14 ਡਿਗਰੀ ਘੱਟ ਤੋਂ ਘੱਟ ਰਿਹਾ। ਬਠਿੰਡਾ 29.6 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 15.2 ਡਿਗਰੀ ਸੈਲਸੀਅਸ ਘੱਟ ਤੋਂ ਘੱਟ। ਫਰੀਦਕੋਟ ਇਹਨਾਂ ਦੇ ਸ਼ਹਿਰ 28.2 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 14.7 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਰਿਹਾ। ਤੇ ਆਉਣ ਵਾਲੇ ਦਿਨਾਂ 'ਚ ਮੌਸਮ ਜਿਹੜਾ ਅਗਲੇ ਖੁਸ਼ਕ ਰਹੇਗਾ।
ਤੇ ਕਿਸਾਨ ਵੀਰੋ ਤੁਸੀਂ ਸਾਨੂੰ ਆਪਣੇ ਸੁਝਾਅ ਭੇਜੋ। ਸਾਡਾ ਜਿਹੜਾ ਤੁਸੀਂ ਪਤਾ ਆ ਉਹ ਤੁਸੀਂ ਨੋਟ ਕਰ ਲਓ। ਸਾਡਾ ਪਤਾ ਆ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ, ਡੀਡੀ ਪੰਜਾਬੀ, ਦੂਰਦਰਸ਼ਨ ਕੇਂਦਰ, ਭਗਵਾਨ ਮਹਾਵੀਰ ਮਾਰਗ, ਜਲੰਧਰ, ਪਿੰਨ ਕੋਡ 144001। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਈਮੇਲ ਐਡਰੈਸ ਹੈ ਸਾਡਾ ddpunjabijalandhar@gmail.com। ਕਿਸਾਨ ਵੀਰੋ ਤੇ ਭੈਣੋ, ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹੀ ਹਾਂ, ਕਰੋਨਾ ਟਾਈਮ ਚੱਲ ਰਿਹਾ। ਸੋ ਇਹ ਜਿਹੜਾ ਕਰੋਨਾ ਆ, ਇਹਦੇ ਤੋਂ ਬਚਣ ਲਈ ਹੁਣ ਵੈਕਸੀਨੇਸ਼ਨ ਸ਼ੁਰੂ ਹੋ ਗਈ ਹੈ ਤੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਾਓ। ਵੈਕਸੀਨੇਸ਼ਨ ਬਾਰੇ ਪਤਾ ਕਰੋ ਕਿ ਉਹ ਕਿੱਥੋਂ ਲੱਗਦੀ ਆ, ਤੁਹਾਡੇ ਨੇੜਲੇ ਸੈਂਟਰ ਜਾਂ ਤੁਹਾਡੇ ਨੇੜੇ ਹਸਪਤਾਲ 'ਚੋਂ ਵੈਕਸੀਨੇਸ਼ਨ ਲਵਾਓ ਤੇ ਆਪਾਂ ਕਰੋਨਾ ਨੂੰ ਭਜਾ ਲਈਏ। ਬਹੁਤ ਦੇਰ ਹੋ ਗਈ ਹੈ, ਆਪਾਂ ਇਸ ਵੈਕਸੀਨੇਸ਼ਨ ਨਾਲ ਹੀ ਕਰੋਨਾ ਤੋਂ ਬਚਾਅ ਆਪਣਾ ਤੇ ਆਪਣਿਆਂ ਦਾ ਕਰ ਸਕਦੇ ਹਾਂ। ਹੁਣ ਸਾਨੂੰ ਦਿਓ ਇਜਾਜ਼ਤ। ਡਾਕਟਰ ਸਾਹਿਬ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ। ਜੈ ਹਿੰਦ ਜੀ।